गुड मॉर्निंग स्टूडेंट्स। बेटा कल ਦੀ ਕਲਾਸ 'ਚ ਆਪਾਂ ਪੜ੍ਹ ਰਹੇ ਸੀਗੇ ਡਾਇਰੈਕਟਿੰਗ ਚੈਪਟਰ ਦੇ ਵਿੱਚ ਮੋਟੀਵੇਸ਼ਨ। ठीक है, मोटिवेशन ਦਾ ਟੌਪਿਕ ਸੀਗਾ ਜਿਹੜਾ ਆਪਣਾ ਚੱਲ ਰਿਹਾ ਸੀਗਾ। ਸੋ ਮੋਟੀਵੇਸ਼ਨ ਆਲਮੋਸਟ ਆਪਣਾ ਕੰਪਲੀਟ ਹੋ ਚੁੱਕਿਆ ਸੀਗਾ ਤੇ ਨੈਕਸਟ ਹੈਗਾ ਸਾਡੇ ਕੋਲੇ ਅਗਲਾ ਟੌਪਿਕ ਹੈ ਸਾਡਾ ਹਾਂਜੀ। ਆਪਣੇ ਕੋਲ ਮੋਟੀਵੇਸ਼ਨ ਦਾ ਟੌਪਿਕ ਆਪਾਂ ਪੜ੍ਹਿਆ ਸੀਗਾ ਕਿ ਮਾਸਲੋ ਦੀ ਜਿਹੜੀ ਹਾਇਰਾਰਕੀ ਥਿਊਰੀ ਹੈ ਉਹਦੇ ਵਿੱਚ ਏਦਾਂ ਕਰਕੇ ਜਿਹੜੀਆਂ ਨੀਡਸ ਨੇਗੀਆਂ ਕਿਸੇ ਵੀ EMPLOYE ਦੀਆਂ ਕਿਸੇ ਵੀ ਪਰਸਨ ਦੀਆਂ ਤਾਂ ਉਹ ਅਫੈਕਟ ਕਰਦੀਆਂ ਨੇ। ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਬੇਸਿਕ ਸਾਈਕੋਲੋਜੀਕਲ ਨੀਡਸ ਆਉਂਦੀਆਂ ਨੇ, ਸੇਫਟੀ ਸਿਕਿਉਰਿਟੀ ਆਉਂਦੀਆਂ ਨੇ, ਐਫੀਲੀਏਸ਼ਨ, ਦੈਨ ਅਸਟੀਮ ਨੀਡਸ ਐਂਡ ਸੈਲਫ ਐਕਚੁਅਲਾਈਜੇਸ਼ਨ। ਜਿਉਂ-ਜਿਉਂ ਇਨਸਾਨ ਨੂੰ ਦੀਆਂ ਨੀਡਸ ਇਹ ਬੜੀਆਂ ਪੂਰੀਆਂ ਹੁੰਦੀਆਂ ਜਾਂਦੀਆਂ ਤਾਂ ਨੈਕਸਟ ਨੇ ਜਿਹੜੀਆਂ ਉਹ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹਾਂਜੀ, ਸੋ ਫਸਟ ਜੋ ਹੈ ਆਪਣੇ ਕੋਲੇ ਫਾਈਨੈਂਸ਼ੀਅਲ ਐਂਡ ਨॉन ਫਾਈਨੈਂਸ਼ੀਅਲ ਇਨਸੈਂਟਿਵ। ਸਾਡੇ ਕੋਲ ਇੱਕ ਮੋਟੀਵੇਸ਼ਨ ਦਾ ਇੱਕ ਤਰੀਕਾ ਹੈਗਾ ਜਿਹਦੇ ਨਾਲ ਵੱਧ ਤੋਂ ਵੱਧ EMPLOYEES ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਕਿ ਤੁਸੀਂ ਫਾਈਨੈਂਸ਼ੀਅਲ ਜਾਂ ਨॉन ਫਾਈਨੈਂਸ਼ੀਅਲ ਇਨਸੈਂਟਿਵਸ ਨੇ ਜਿਹੜੇ ਉਹ ਰੱਖ ਸਕਦੇ ਹੋ। ਠੀਕ ਹੈ, incentive means all measures which are used to motivate people to improve performance। ਠੀਕ ਹੈ, ਸੋ ਜਿਹੜੇ ਵੀ ਇਨਸੈਂਟਿਵ ਹੁੰਦੇ ਨੇਗੇ ਇਹ ਕੀ ਕਰਦੇ ਨੇਗੇ, ਮੋਟੀਵੇਟ ਕਰਦੇ ਨੇ ਲੋਕਾਂ ਨੂੰ ਇੰਪਰੂਵ ਪਰਫਾਰਮੈਂਸ। ਲੋਕਾਂ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਇੰਪਰੂਵ ਕਰਨ ਦੇ ਲਈ ਇਨਸੈਂਟਿਵਸ ਦੀ ਜਿਹੜੀ ਹੈਗੀ ਹੈ ਹੈਲਪ ਲਈ ਜਾਂਦੀ ਹੈ। ਸੋ ਇਹਦੇ ਵਿੱਚ ਦੋ ਤਰ੍ਹਾਂ ਦੇ ਹੁੰਦੇ ਹੈਗੇ, ਫਾਈਨੈਂਸ਼ੀਅਲ ਇਨਸੈਂਟਿਵ ਤੇ ਨॉन ਫਾਈਨੈਂਸ਼ੀਅਲ। ਜਿੱਦਾਂ ਕਿ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਫਾਈਨੈਂਸ਼ੀਅਲ ਇਨਸੈਂਟਿਵ ਕੀ ਹੋ ਸਕਦੇ ਨੇ। ਫਾਈਨੈਂਸ਼ੀਅਲ ਇਨਸੈਂਟਿਵ ਪੈਸੇ ਨਾਲ ਰਿਲੇਟਡ ਕੁਝ ਹੁੰਦਾ ਹੈ ਨਾ। ਠੀਕ ਹੈ, ਇਨ ਦਾ ਕੰਟੈਕਸਟ ਆਫ ਐਗਜ਼ਿਸਟਿੰਗ ਇਕਨੋਮਿਕ ਸਿਸਟਮ money has become a means to satisfy the physical need of daily life and also of obtaining social position and power. Since money has the purchasing power, it become a very important incentive for every individual। ਜੋ ਮਨੀ ਹੈ ਬੇਟਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਠੀਕ ਹੈ, ਮਨੀ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਪਰਚੇਜ਼ਿੰਗ ਪਾਵਰ ਹੁੰਦੀ ਹੈ ਇਹਦੇ ਵਿੱਚ। ਕਿਸੇ ਵੀ ਇਨਸਾਨ ਨੂੰ ਮੋਟੀਵੇਟ ਕਰਨ ਦੇ ਲਈ ਜਿਹੜਾ ਪੈਸਾ ਹੈ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਕਿਉਂਕਿ ਮਨੀ ਹੈ ਜੋ ਸਾਡੀਆਂ ਬਹੁਤ ਸਾਰੀਆਂ ਨੀਡਸ ਫੁਲਫਿਲ ਕਰਦੀ ਹੈ। ਠੀਕ ਹੈ, financial incentive refers to incentive which are in direct monetary form or measurable in monetary term and serve to motivate people for better performance। These incentive may be provided an individual or group basis। ਗਰੁੱਪ ਬੇਸਿਸ ਤੇ ਵੀ ਆਪਾਂ ਦੇ ਸਕਦੇ ਹਾਂ ਇਹ ਜਿਹੜੇ ਇਨਸੈਂਟਿਵਸ ਹੁੰਦੇ ਆ ਤੇ ਆਪਾਂ ਇੰਡੀਵਿਜੂਅਲੀ ਵੀ ਕਿਸੇ ਪਰਸਨ ਨੂੰ ਦੇ ਦਿੰਦੇ ਹੁੰਦੇ ਆ। ਠੀਕ ਹੈ, ਮੰਨ ਲਓ ਜਿਹੜੀਆਂ ਵੱਡੀਆਂ ਫੈਕਟਰੀਆਂ ਹੁੰਦੀਆਂ ਨੇ ਉਹ ਕਹਿ ਦਿੰਦੀਆਂ ਨੇ ਕਿ ਅਸੀਂ ਇਸ ਦੀਵਾਲੀ ਤੇ ਤੁਹਾਡੇ ਜਿਹੜੀ ਹੈਗੀ ਇੰਨੀ ਤਨਖਾਹ ਵਧਾ ਦਾਂਗੇ। ਜਿੱਦਾਂ ਗਵਰਨਮੈਂਟ ਹੈ ਕਈ ਵਾਰੀ ਗਿਫਟ ਮਤਲਬ ਕਹਿ ਦਿੰਦੀ ਹੈ ਕਿ ਇਹ ਤੁਹਾਡਾ ਗਿਫਟ ਹੈ, ਤੁਸੀਂ ਵਧੀਆ ਕੰਮ ਕੀਤਾ। ਇਹ ਵਾਲੇ ਡਿਪਾਰਟਮੈਂਟ ਨੇ ਠੀਕ ਹੈ ਉਹਨਾਂ ਦੀ ਸੈਲਰੀ ਹੈ ਜਿਹੜੀ ਅਸੀਂ ਇੰਨੇ % ਇਨਕਰੀਜ਼ ਕਰ ਦਿੱਤੀ ਹੈ। ਠੀਕ ਹੈ ਜੀ, ਸੋ ਇਹ ਫਾਈਨੈਂਸ਼ੀਅਲ ਇਨਸੈਂਟਿਵ ਦਾ ਪਾਰਟ ਹੋ ਜਾਂਦੀਆਂ ਨੇ ਚੀਜ਼ਾਂ। ਪੇ ਐਂਡ ਅਲਾਉਂਸਿਸ। ਠੀਕ ਹੈ, ਪੇ ਐਂਡ ਅਲਾਉਂਸਿਸ ਕੀ ਹੁੰਦੇ ਨੇ, ਫॉर ਐਵਰੀ employee salary is the basic monetary incentive। it include basic pay, dearness allowances and other allowances। ਹੁਣ ਇਹਦੇ ਵਿੱਚ ਅਲਾਉਂਸਿਸ ਆ ਜਾਂਦੇ ਹੁੰਦੇ ਨੇ ਪੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਰੈਗੂਲਰ ਤਾਂ ਸੈਲਰੀ ਸਿਸਟਮ ਹੈ ਜਿਹੜਾ ਉਹ ਕਿਤੋਂ ਬਣਿਆ ਹੁੰਦਾ ਹੈ, ਕੰਸਿਸਟ ਆਫ ਰੈਗੂਲਰ ਇੰਕਰੀਮੈਂਟ in the pay every year and enhancement of allowances from time to time in some business organization and hike and pay hike and increment may be linked to performance। ਠੀਕ ਹੈ, ਸੋ ਆਪਾਂ ਕੀ ਕਰਦੇ ਹਾਂ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਹੈਗੇ ਨੇ ਈਅਰਲੀ ਜਿਹੜੇ ਇਨਸੈਂਟਿਵਸ ਹੈ ਫਾਈਨੈਂਸ਼ੀਅਲ ਇਨਸੈਂਟਿਵਸ ਦਿੱਤੇ ਜਾਂਦੇ ਨੇ
ਤਾਂ ਕਿ ਇਹਨਾਂ ਦੀ ਪਰਫਾਰਮੈਂਸ ਹੈ ਜਿਹੜੀ ਵਧੀਆ ਹੋ ਸਕੇ। ਨੈਕਸਟ ਇਜ਼ ਪ੍ਰੋਡਕਟਿਵਿਟੀ ਲਿੰਕਡ ਵੇਜ ਇਨਸੈਂਟਿਵਸ। ਪ੍ਰੋਡਕਟਿਵਿਟੀ ਦੇਖੋ ਵੇਜ ਇਨਸੈਂਟਿਵ ਨਾਲ ਕਿਵੇਂ ਲਿੰਕ ਕਰਦੀ ਹੈ, ਕਹਿੰਦੇ several wage incentive plans aim at linking payment of wages to increase in productivity। ਬਹੁਤ ਸਾਰੇ ਪਲਾਨਸ ਹੁੰਦੇ ਆ ਜਿਨ੍ਹਾਂ ਦੇ ਨਾਲ ਆਪਾਂ ਪ੍ਰੋਡਕਟਿਵਿਟੀ ਵਧਾ ਸਕਦੇ ਆ। ਬੋਨਸ ਕੀ ਕੰਮ ਕਰਦਾ ਹੈ? ਬੋਨਸ is an incentive offered over and above the wages। ਦੇਖੋ ਸੈਲਰੀ ਤਾਂ ਕਿਸੇ ਪਰਸਨ ਨੂੰ ਦੇਣੀ ਹੀ ਦੇਣੀ ਹੈ, ਨਾਲ ਉਹਨੂੰ ਕੁਛ ਕੁ ਪੈਸੇ ਨੇ ਜਿਹੜੇ ਆਪਾਂ ਐਕਸਟਰਾ ਦੇ ਰਹੇ ਹਾਂ। ਮੰਨ ਲਓ 1000 ਦੇਤਾ, 2000 ਦੇਤਾ, ਵੱਡੀਆਂ ਕੰਪਨੀਜ਼ ਨੇ ਜਿਹੜੀਆਂ ਉਹ ਵੱਧ ਵੀ ਦੇ ਦਿੰਦੀਆਂ ਨੇ ਤਾਂ ਉਹ ਬੋਨਸ ਬਣ ਜਾਂਦਾ, ਠੀਕ ਹੈ। ਪ੍ਰੋਫਿਟ ਸ਼ੇਅਰਿੰਗ। Profit sharing is meant to provide to share to employee in the profit of the organization. This serves to motivate employee to improve their performance and contribute to increase in profits, ठीक है। कोऑपरेट स्टॉक ऑप्शन, को पार्टनरशिप एंड स्टॉक ऑप्शन। हुण एक ही चीज होंदी है। अंडर दिस इंसेंटिव स्कीम employees are offered company company share at a set price which is lower than market price। कंपनी की करदी है अपने एम्पलॉयज ਨੂੰ ਸ਼ੇਅਰ ਦਿੰਦੀ ਹੈ ਕਿ ਤੁਹਾਨੂੰ ਮਾਰਕੀਟ ਦੇ ਨਾਲੋਂ ਘੱਟ ਰੇਟ ਤੇ ਦਾਂਗੇ, ਠੀਕ ਹੈ। Sometimes management may allot shares in line of various incentive payable in cash। ਸੋ ਕਈ ਵਾਰੀ ਕੰਪਨੀਆਂ ਕੀ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਜਿਹੜਾ ਇਨਸੈਂਟਿਵ ਨਹੀਂ ਦੇਵਾਂਗੇ, ਇਹ ਸ਼ੇਅਰ ਦੇਵਾਂਗੇ। ਜਦੋਂ ਉਹ ਸ਼ੇਅਰ ਵਿਕਦੇ ਨੇ ਤਾਂ ਅਗਰ ਪ੍ਰੋਫਿਟ ਤੇ ਵਿਕ ਜਾਂਦੇ ਤਾਂ ਨੈਚੁਰਲੀ ਉਹ ਲੋਕਾਂ ਨੂੰ ਘੱਟ ਰੇਟ ਤੇ ਖਰੀਦ ਕੇ ਉਹ ਵੱਧ ਰੇਟ ਤੇ ਵੇਚ ਦਿੰਦੇ ਨੇ। ਤਾਂ ਨੈਚੁਰਲੀ ਇਹਦੇ ਨਾਲ ਕੀ ਹੁੰਦਾ, ਲੋਕਾਂ ਨੂੰ ਫਾਇਦਾ ਹੁੰਦਾ, ਪੈਸੇ ਮਿਲਦੇ ਨੇ, ਤਾਂ ਉਹ ਇਨਸੈਂਟਿਵ ਦਾ ਇੱਕ ਰੋਲ ਪਲੇ ਕਰਦੇ ਨੇ ਉੱਥੇ। The allotment of shares creates a feeling of ownership to the employees and make them to contribute for growth of organization। In Infosys, the scheme of stock option has been implemented as a part of managerial compensation। Infosys ਕੰਪਨੀ ਹੈ, ਬਹੁਤ ਵੱਡੀ ਕੰਪਨੀ ਹੈ, ਕਹਿੰਦੀ ਕਹਾਉਂਦੀ ਹੈ ਇੰਡੀਆ ਵਰਲਡ ਲੈਵਲ ਤੇ ਨਾਮ ਹੈ ਕੰਪਨੀ ਦਾ, ਠੀਕ ਹੈ। ਦਾ ਸਕੀਮ ਆਫ ਸਟਾਕ ਆਪਸ਼ਨ ਹੈਜ਼ ਬੀਨ ਇੰਪਲੀਮੈਂਟਡ। ਇਹਨਾਂ ਦੀ ਜਿਹੜੀ ਸਟਾਕ ਆਪਸ਼ਨ ਦੀ ਸਕੀਮ ਹੈ ਉਹ ਇੰਪਲੀਮੈਂਟ ਇਹਨਾਂ ਨੇ ਕੀਤੀ ਸੀਗੀ ਤੇ ਐਜ਼ ਅ ਪਾਰਟ ਆਫ ਮੈਨੇਜੀਰੀਅਲ ਕੰਪਨਸੇਸ਼ਨ। ਤਾਂ ਇਹ ਲੋਕਾਂ ਨੂੰ ਇੱਕ ਕੰਪਨਸੇਸ਼ਨ ਦਿੰਦੇ ਨੇ ਇਹਦੇ ਰਾਹੀਂ, ਠੀਕ ਹੈ ਜੀ। ਰਿਟਾਇਰਮੈਂਟ ਬੈਨੀਫਿਟਸ। several retirement benefits such as provident fund, pension and gratuity provide financial security to employees after their retirement। ਸੋ ਕੁਝ ਕੁ ਕੰਪਨੀਜ਼ ਨੇ ਜਿਹੜੀਆਂ employment fund ਦਿੰਦੀਆਂ ਨੇ ਲੋਕਾਂ ਨੂੰ। this act as an incentive when they are in service in the organization, ਠੀਕ ਹੈ। ਜਦੋਂ ਉਹ ਸਰਵਿਸ 'ਚ ਹੁੰਦੇ ਨੇ ਆਰਗੇਨਾਈਜੇਸ਼ਨ ਤੇ ਇਹ ਇਨਸੈਂਟਿਵ ਨੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। Perquisites ਕੀ ਹੁੰਦੇ ਨੇ? In many companies, perquisites and fringe benefit are offered such as car allowance, housing, medical aid and education to the children over and above the salary। These measures help to provide motivation to the employees, ਠੀਕ ਹੈ। perquisites ਦਿੱਤੇ ਜਾਂਦੇ ਨੇ, ਜਿੱਦਾਂ ਕਾਰ ਅਲਾਉਂਸਿਸ ਹੋ ਗਏ। ਤੁਸੀਂ ਇੰਪਲੋਈਜ਼ ਹੁੰਦੇ ਨੇ ਜਿਹੜੇ ਕਾਰ ਕਿਤੇ ਵੀ ਲੈ ਕੇ ਜਾ ਰਹੇ ਨੇ, ਅਗਰ ਉੱਤੇ ਕੋਈ ਵੀ ਖਰਚਾ ਹੋ ਰਿਹਾ ਤਾਂ ਉਹ ਕੰਪਨੀ ਪੇ ਕਰੇਗੀ ਉਹਨਾਂ ਨੂੰ। ਘਰ ਦੇ ਲਈ ਘਰ ਦਾ ਜਿਹੜਾ ਹੈਗਾ ਅਕਮੋਡੇਸ਼ਨ ਦਿੱਤੀ ਜਾਂਦੀ ਹੈ, ਫ੍ਰੀ ਰਹਿਣਾ ਸਹਿਣਾ, ਮੈਡੀਕਲ ਏਡ, ਠੀਕ ਹੈ। ਜੇ ਤੁਸੀਂ ਕੋਈ ਵੀ ਮੈਡੀਸਨ ਲੈਣੀ ਹੈ ਤਾਂ ਤੁਸੀਂ ਆਰਾਮ ਦੇ ਨਾਲ ਕਿਤੋਂ ਲੈ ਸਕਦੇ ਹੋ। ਕੰਪਨੀ ਜਿਹੜੀ ਹੈਗੀ ਪੇਮੈਂਟ ਕਰੂਗੀ, ਤੁਸੀਂ ਆਪਣੀਆਂ ਖਰਚੇ ਨੇ ਜਿਹੜੇ ਉਹ ਮੈਡੀਕਲ ਦੇ ਕੰਪਨੀ ਨੂੰ ਦੱਸ ਸਕਦੇ ਹੋ ਆ ਕੇ, ਠੀਕ ਹੈ। ਐਜੂਕੇਸ਼ਨ ਟੂ ਦੇਅਰ ਚਿਲਡਰਨ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਕੌਣ ਉਠਾਏਗਾ? ਕੰਪਨੀ ਉਠਾਏਗੀ, ਠੀਕ ਹੈ ਜੀ। ਸੋ ਨॉन ਫਾਈਨੈਂਸ਼ੀਅਲ ਇਨਸੈਂਟਿਵ ਕਿਹੜੇ ਹੁੰਦੇ ਨੇ?
Non-financial incentives, all the need of individuals are not satisfied by money alone. Psychological, social, and emotional factor also play important role. ਹੁਣ ਨਾਨ ਫਾਈਨੈਂਸ਼ੀਅਲ ਇੰਸੈਂਟਿਵ ਕੀ ਹੁੰਦੇ ਨੇਗੇ, ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਇਨਸਾਨ ਨੂੰ ਸਿਰਫ ਪੈਸੇ ਦੀ ਜ਼ਰੂਰਤ ਹੁੰਦੀ ਹੈ। Apart from this, they have some psychological, emotional, social needs, ਠੀਕ ਹੈ। ਹੁਣ ਤੁਸੀਂ ਕਲਾਸ ਚੋਂ ਤੁਹਾਨੂੰ ਬਹੁਤ ਅੱਛਾ ਇੱਕ ਰੂਮ ਦੇ ਦਿੱਤਾ ਜਾਵੇ, ਉੱਥੇ ਪ੍ਰੋਜੈਕਟਰ ਲਗਾ ਦਿੱਤਾ ਜਾਵੇ, ਤੇ ਜੋ ਵੀ ਤੁਸੀਂ ਪੜ੍ਹਨਾ ਹੈ ਤੁਹਾਨੂੰ ਉਹ ਪ੍ਰੋਜੈਕਟਰ ਦੇ ਉੱਪਰ ਪ੍ਰੈਜ਼ੈਂਟ ਹੋਊਗਾ, ਤੁਹਾਨੂੰ ਉਹ ਪ੍ਰੋਜੈਕਟਰ ਦੇ ਉੱਪਰ ਪੜ੍ਹਾਇਆ ਜਾ ਰਿਹਾ ਹੈ। ਉੱਥੇ ਹੀਟਰ ਲੱਗਾ ਰੂਮ ਦੇ ਵਿੱਚ, ਤੁਸੀਂ ਆਰਾਮ ਨਾਲ ਬੈਠੇ ਹੋ, ਤੁਹਾਨੂੰ ਕਿਹਾ ਗਿਆ ਵੀ ਤੁਸੀਂ ਸਿਰਫ ਇਹ ਪ੍ਰੋਜੈਕਟਰ ਤੋਂ ਪੜ੍ਹਨਾ ਹੈ, ਠੀਕ ਹੈ, 6 ਘੰਟੇ। ਤਾਂ ਤੁਸੀਂ ਐਕਸੈਪਟ ਨਹੀਂ ਕਰੋਗੇ ਇਸ ਚੀਜ਼ ਨੂੰ, ਕਿਉਂ? ਕਿਉਂਕਿ ਇਹ ਐਕਸੈਪਟੇਬਲ ਨਹੀਂ ਹੈਗੀ। ਆਪਾਂ ਇੱਕ ਸੋਸ਼ਲ ਪਰਸਨ ਆ, ਤੇ ਕਲਾਸਰੂਮ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਤੇ ਆਪਾਂ ਇਕੱਲੇ ਕੰਮ ਨਹੀਂ ਕਰ ਸਕਦੇ ਲਗਾਤਾਰ ਕਈ ਘੰਟਿਆਂ ਤੱਕ। ਸਾਨੂੰ ਹੋਰਾਂ ਦੇ ਨਾਲ ਵੀ ਇੰਟਰੈਕਸ਼ਨ ਕਰਨ ਦੀ ਜ਼ਰੂਰਤ ਹੈ, ਜਿਹੜੀ ਪੈਂਦੀ ਰਹਿੰਦੀ ਹੈ। ਫਾਈਨੈਂਸ਼ੀਅਲ ਇਨਸੈਂਟਿਵਸ ਮੇਨਲੀ ਫੋਕਸ ਔਨ these needs. Sometimes monetary aspect may be involved in a non-financial incentive as well. However, the emphasis is to provide psychological and emotional satisfaction. Psychological ਤੇ emotional satisfaction ਹੈ ਜਿਹੜੀ ਹੁੰਦੀ ਰਹਿੰਦੀ ਹੈ, rather than money drive the satisfaction. For example, if an individual gets a promotion in organization, it is satisfied him psychologically more, as he get as feeling of elevation, increase in status. So ਜਦੋਂ status increase ਹੁੰਦਾ ਕਿਸੇ ਵੀ ਇਨਸਾਨ ਦਾ, ਉਹ ਵੀ ਇੱਕ ਬਹੁਤ ਜ਼ਿਆਦਾ ਵਧੀਆ ਆਪਣੇ ਲਈ ਫੀਲਿੰਗ ਹੁੰਦੀ ਹੈ, ਠੀਕ ਹੈ, ਵਧੀਆ ਫੀਲ ਕਰਦਾ ਇਨਸਾਨ। ਤੇ ਉਹਦਾ ਸਟੇਟਸ ਜਦੋਂ ਇਨਕਰੀਜ਼ ਹੋ ਜਾਂਦਾ ਹੈ, ਚੈਲੰਜ ਇਨ ਦਾ ਜੌਬ, ਦੋ ਪ੍ਰਮੋਸ਼ਨ ਇਨਵੋਲਵ ਪੇਮੈਂਟ ਆਫ ਐਕਸਟਰਾ ਮਨੀ, ਨॉन ਮੋਨੇਟਰੀ ਐਸਪੈਕਟਸ override monetary aspects, some of the important non financial incentives। ਹੁਣ ਕਿਹੜੇ ਕਿਹੜੇ non financial incentives ਨੇ? ਲਵਪ੍ਰੀਤ ਪੜ੍ਹਨਾ ਸ਼ੁਰੂ ਕਰੋ ਜੀ। non financial incentive ਕਿਹੜੇ ਕਿਹੜੇ ਹੁੰਦੇ ਨੇ? Laprit, can you hear me? Laprit ਪੜ੍ਹਨਾ ਸ਼ੁਰੂ ਕਰੋ ਰਜੇ, ਟੌਪਿਕ ਸਟੇਟਸ ਤੋਂ। ਲਵਪ੍ਰੀਤ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਵਟ ਇਜ਼ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲ ਨਾਨ ਫਾਈਨੈਂਸ਼ੀਅਲ ਇਨਸੈਂਟਿਵ ਦੇ ਵਿੱਚ ਸਟੇਟਸ। ਸਟੇਟਸ ਕੀ ਹੁੰਦਾ ਜੀ? ਇਨ ਆਰਗੇਨਾਈਜੇਸ਼ਨ ਕੰਟੈਕਸਟ, ਸਟੇਟਸ ਮੀਨਸ ਰੈਂਕਿੰਗ ਆਫ ਪੋਜੀਸ਼ਨ in organization, the authority, responsibility, reward, recognition, perquisites, and prestige of job indicate the status given to person। ਸੋ ਰਿਸਪੌਂਸਿਬਿਲਿਟੀ ਮਿਲਦੀ ਹੈ ਉਹਨੂੰ, ਕੁਛ ਕੁ ਅਥੋਰਿਟੀਜ਼ ਮਿਲਦੀਆਂ ਨੇ ਕਿ ਤੂੰ ਇਹ ਕੰਮ ਹੈ ਜਿਹੜਾ ਏਦਾਂ ਕਰਵਾ ਸਕਦਾ ਹੈ, ਠੀਕ ਹੈ। ਤਾਂ ਉਹਦੇ ਨਾਲ ਇੱਕ ਇਨਸਾਨ ਦਾ ਜਿਹੜਾ ਹੈਗਾ ਸਟੇਟਸ ਬਣ ਜਾਂਦਾ ਹੁੰਦਾ, ਠੀਕ ਹੈ। Psychological, social, and esteem need of an individual are satisfied by status given to their job। ਤਾਂ ਉਹ ਕਿਹਦੇ ਨਾਲ ਸੈਟੀਸਫਾਈਡ ਹੋ ਜਾਂਦੇ ਨੇ? ਸਟੇਟਸ ਗਿਵਨ ਟੂ देयर ਜੌਬ, ਉਹਨਾਂ ਦੀ ਜੌਬ ਨੂੰ ਸਟੇਟਸ ਜਦੋਂ ਮਿਲ ਜਾਂਦਾ ਹੈ। ਸੈਕਿੰਡ ਅੱਗੇ ਹੈਗਾ ਆਰਗੇਨਾਈਜੇਸ਼ਨਲ ਕਲਾਈਮੇਟ। Organizational climate ਕੀ indicate ਕਰਦਾ ਹੈ? Indicate the characteristics which describe an organization and distinguish one organization from the other, ਠੀਕ ਹੈ। ਆਰਗੇਨਾਈਜੇਸ਼ਨ ਕਲਾਈਮੇਟ ਹੈ ਜਿਹੜਾ, ਇਹ ਵੀ ਬਹੁਤ ਪ੍ਰਭਾਵਿਤ ਕਰਦਾ ਹੈ ਕਿਸੇ ਵੀ ਪਰਸਨ ਦੀ ਹੈਲਥ ਨੂੰ ਜਾਂ ਉਹਦੇ ਕੰਮ ਕਰਨ ਦੀ ਪਰਫਾਰਮੈਂਸ ਨੂੰ।
The characteristics influence the behavior of individuals in organization. Some of these characteristics are individual autonomy, reward oriented consideration to employee. Consideration to employee. Risk taking. If a manager take positive measures regarding these aspects, it helps to develop a better organizational climate. ਜਿੰਨਾ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵ ਮੈਜ਼ਰਸ ਹੋਣਗੇ ਆਰਗੇਨਾਈਜੇਸ਼ਨ ਦੇ, ਉਨੀ ਜਿਹੜੀ ਆਰਗੇਨਾਈਜੇਸ਼ਨ ਦਾ ਕਲਾਈਮੇਟ ਆ ਉਹ ਕੀ ਹੋਊਗਾ, ਬੈਟਰ ਕਲਾਈਮੇਟ ਜਿਹੜਾ ਦੇਖਣ ਨੂੰ ਮਿਲੂਗਾ। ਕਰੀਅਰ ਐਡਵਾਂਸਮੈਂਟ opportunities. Every individual want to grow to higher level in the organization. ਹਰ ਕੋਈ ਇਨਸਾਨ ਕਹਿੰਦੇ ਚਾਹੁੰਦਾ ਕਿ ਮੈਂ ਇੱਕ ਹਾਈ ਲੈਵਲ ਦੀ ਪੋਸਟ ਤੇ ਜਾਵਾਂ। Manager should provide opportunity to employee to improve their skills and be promoted to higher level skill. ਤੇ ਮੈਨੇਜਰ ਨੂੰ ਵੀ ਕੀ ਕਰਨਾ ਚਾਹੀਦਾ, opportunities ਦੇਣੀਆਂ ਚਾਹੀਦੀਆਂ ਨੇ ਇੰਪਲੋਈਜ਼ ਨੂੰ ਕਿ ਉਹ ਆਪਣੀ ਲਾਈਫ ਦੇ ਵਿੱਚ ਆਪਣੇ ਜਦੋਂ ਕੰਮ ਦੇ ਦੌਰਾਨ ਹੋਰ ਅੱਗੇ ਪ੍ਰਮੋਟ ਹੋ ਸਕਣ, ਉਹਨਾਂ ਦੀ ਪ੍ਰਮੋਸ਼ਨ ਵਗੈਰਾ ਹਾਇਰ ਜੌਬ ਦੇ ਉੱਪਰ ਹੋ ਸਕੇ। ਹੁਣ ਉਸ ਤੋਂ ਬਾਅਦ ਹੈਗਾ ਐਪਰੋਪ੍ਰੀਏਟ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਐਂਡ ਸਾਊਂਡ ਪ੍ਰਮੋਸ਼ਨ ਪਾਲਿਸੀ ਵਿਚ ਵਿਲ ਹੈਲਪ ਇੰਪਲੋਈ ਟੂ ਅਚੀਵ ਪ੍ਰਮੋਸ਼ਨ। ਤਾਂ ਇੰਪਲੋਈ ਨੂੰ ਕਿੱਦਾਂ ਹੈਲਪ ਕਰਦੀ ਹੈ ਉਹ ਪ੍ਰਮੋਸ਼ਨ ਅਚੀਵ ਕਰਨ ਦੇ ਲਈ, work as a tonic and encourage employee to exhibit improved performance. So employees ਨੂੰ ਕੀ ਕਰਦੀ ਹੈ ਕਿ ਤੁਸੀਂ ਆਪਣੀ ਜਿਹੜੀ performance ਆ ਉਹ ਵਧੀਆ ਦੇਣੀ ਹੈ। ਜਦੋਂ ਸਾਨੂੰ ਜਦੋਂ ਉਹਨਾਂ ਨੂੰ opportunities ਮਿਲਣਗੀਆਂ ਤਾਂ obviously ਉਹ ਵਧੀਆ ਕੰਮ ਕਰਕੇ ਹੀ ਦੇਣਗੇ। Job enrichment. Job enrichment is concerned with the designing jobs that include greater variety of work content. ਹੁਣ ਜੌਬ ਇਨਰਿਚਮੈਂਟ ਕਿੱਦਾਂ ਹੈ ਕਿ ਡਿਜ਼ਾਈਨ ਇੱਦਾਂ ਹੋਣਾ ਚਾਹੀਦਾ ਜੌਬ ਦਾ ਕਿ ਉਹਨੂੰ ਬਹੁਤ ਸਾਰੀ ਵੈਰਾਈਟੀ ਆਫ ਕੰਟੈਂਟ ਮਿਲੇ, ਰਿਕੁਆਇਰ ਹਾਈ ਲੈਵਲ ਆਫ ਨੌਲੇਜ, ਉਹਨੂੰ ਵਧੀਆ ਨੌਲੇਜ ਤੇ ਸਕਿੱਲ ਹੋਵੇ ਉਹਦੀ, ਗਿਵ ਵਰਕਰ ਮੋਰ ਆਟੋਨੋਮੀ ਐਂਡ ਰਿਸਪੌਂਸਿਬਿਲਿਟੀ, ਉਹਨੂੰ ਇੰਪੋਰਟੈਂਟ ਫੀਲ ਕਰਾਵੇ ਤੇ ਉਹਨੂੰ ਰਿਸਪੌਂਸਿਬਿਲਿਟੀਜ਼ ਦਿੱਤੀਆਂ ਜਾਣ। ਐਂਡ ਪ੍ਰੋਵਾਈਡ ਦਾ opportunity for personal growth. ਇਹ ਨਹੀਂ ਹੈਗਾ ਕਿ ਸਿਰਫ ਆਰਗੇਨਾਈਜੇਸ਼ਨ ਦੇ ਕੰਮ ਹੁੰਦੇ ਨੇ ਬਟ ਉਹ ਪਰਸਨ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਖੜਾ ਮਹਿਸੂਸ ਕਰਦਾ ਹੈ, ਨਾਲ ਨਾਲ ਉਹ ਪਰਸਨ ਦੀ ਲਾਈਫ ਵੀ ਹੈ ਜਿਹੜੀ ਗਰੋ ਕਰਨੀ ਚਾਹੀਦੀ ਹੈ। ਤਾਂ ਉਹਦਾ ਜਿਹੜਾ ਇੰਟਰਸਟ ਆ ਉਹ ਕੰਮ ਕਰਨ 'ਚ ਬਣੇਗਾ ਤਾਂ ਹੀ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਇੱਕ ਆਪਾਂ ਨੂੰ ਕੰਮ ਕਰਕੇ ਦੇਗਾ ਉਹ ਇਨਸਾਨ। ਉਸ ਤੋਂ ਬਾਅਦ ਹੈਗਾ ਲਵਪ੍ਰੀਤ, ਪੜੋਗੇ? ਤੁਸੀਂ ਆਪਣੀ ਬੁੱਕ ਤੋਂ ਪੜ੍ਹ ਸਕਦੇ ਹੋ ਰਾਜੇ, ਜੇ ਫੋਨ ਤੋਂ ਪੜ੍ਹਨਾ ਔਖਾ ਲੱਗਦਾ। ਐਨਸੀਈਆਰਟੀ ਦੇ ਉੱਪਰ ਹੈਗਾ ਇਹ ਟੌਪਿਕ। ਕੋਈ ਨਹੀਂ, ਪੜ੍ਹ ਰਿਹਾ ਹੀ ਮੈਂ ਤਾਂ। ਅੱਛਾ, ਮੈਂ ਕਹਿੰਦੀ ਸੀ ਮੈਂ ਸਮਝਾ ਦੂੰ, ਤੂੰ ਪੜ੍ਹ ਦੇ। ਚਲੋ ਸੁਣ ਲਓ ਫਿਰ, ਕੋਈ ਗੱਲ ਨਹੀਂ। ਮੈਂ ਪੜ੍ਹਾਂ ਹੀ ਫਿਰ। ਕੋਈ ਨਾ, ਮੈਂ ਪੜ੍ਹਾ ਦਿੰਦੀ ਹਾਂ ਚਲੋ ਹਾਂਜੀ ਅੱਜ ਦੇ ਦਿਨ। ਇੰਪਲੋਈ ਰੈਕੋਗਨੀਸ਼ਨ ਪ੍ਰੋਗਰਾਮ। ਇੰਪਲੋਈ ਰੈਕੋਗਨੀਸ਼ਨ ਪ੍ਰੋਗਰਾਮ ਕੀ ਹੁੰਦੇ ਨੇ? most people have a need for evaluation of their work and due recognition. ਬਹੁਤ ਸਾਰੇ ਲੋਕ ਏਦਾਂ ਹੁੰਦੇ ਨੇ, ਤੁਸੀਂ ਨਾ ਜਦੋਂ ਇਹ ਚੈਪਟਰ ਨੂੰ ਪੜ੍ਹੋਗੇ ਤੁਸੀਂ ਇੱਕ ਬਿਜ਼ਨਸਮੈਨ ਦੇ ਪੁਆਇੰਟ ਆਫ ਵਿਊ ਤੋਂ ਸੋਚੋ ਵੀ ਜੇ ਮੈਂ ਮੰਨ ਲਓ ਮੇਰੇ ਕੋਲ ਇੱਕ ਸ਼ੋਰੂਮ ਹੈ, ਮੈਂ ਉੱਥੇ 4 ਜਣੇ ਕੰਮ ਤੇ ਰੱਖੇ ਹੋਏ ਨੇ, ਠੀਕ ਹੈ, ਤਾਂ ਵੀ ਮੈਂ ਉਹਨਾਂ ਤੋਂ ਕਿਵੇਂ ਵਧੀਆ ਤਰੀਕੇ ਨਾਲ ਕੰਮ ਲੈ ਸਕਦਾ, ਉਹ ਉਸ ਵੇ ਨਾਲ ਸੋਚਣਾ, ਇੱਕ ਸਟੂਡੈਂਟ ਦੇ ਵੇ ਨਾਲ ਨਹੀਂ ਸੋਚਣਾ। ਤਾਂ ਆਪਾਂ ਕਹਿੰਦੇ ਹਾਂ ਵੀ ਕੋਈ ਵੀ ਇਨਸਾਨ ਹੈ ਜਿਹੜਾ ਉਹ ਕੰਮ ਸਾਨੂੰ ਤਾਂ ਵਧੀਆ ਕਰਕੇ ਦਿੰਦਾ ਹੈ ਉਹਦੀ ਰੈਕੋਗਨੀਸ਼ਨ ਹੁੰਦੀ ਹੈ, ਠੀਕ ਹੈ। ਲਵਪ੍ਰੀਤ ਬੱਚੇ ਤੁਸੀਂ ਮਿਊਟ ਕਰ ਲਓ। ਜਿਹੜਾ ਮੋਸਟ ਆਫ ਦਾ ਪੀਪਲ ਹੈਵ ਨੀਡ ਫॉर ਇਵੈਲੂਏਸ਼ਨ ਆਫ देयर ਵਰਕ ਐਂਡ ਡਿਊ ਰੈਕੋਗਨੀਸ਼ਨ, ਤਾਂ ਉਹ ਪਹਿਚਾਣ ਭਾਲਦੇ ਨੇ। ਜਿੱਦਾਂ ਆਪਾਂ ਕਹਿੰਦੇ ਹਾਂ ਨਾ ਸਿੰਪਲ ਭਾਸ਼ਾ ਦੇ ਵਿੱਚ, ਜਿਵੇਂ ਵਿਆਹ ਤੇ ਜਾਂਦੇ ਹਾਂ, ਜੇ ਕੋਈ ਨਾ ਪੁੱਛੇ ਔਖਾ ਹੋ ਜਾਂਦਾ ਹੈ, ਤਾਂ ਹਰ ਇੱਕ ਇਨਸਾਨ ਨੂੰ ਆਪਣੀ ਪਹਿਚਾਣ ਦੀ ਜ਼ਰੂਰਤ ਹੈ ਵੀ ਜੇ ਮੈਂ ਇੱਥੇ ਹੈਗਾ ਤਾਂ ਮੈਨੂੰ ਕੋਈ ਪੁੱਛੇ। ਇਹ ਨਹੀਂ ਹੈਗਾ ਕਿ ਹਾਂ ਮੈਨੂੰ ਕੋਈ ਪੁੱਛਦਾ ਹੀ ਨਹੀਂ ਵੀ ਮੈਂ ਤਾਂ ਜਾ ਕੇ ਵਾਪਸ ਆ ਗਿਆ। ਜੇ ਉਹ ਪਰਸਨ ਡੇਲੀ ਕੰਮ ਤੇ ਆ ਰਿਹਾ ਹੈ
ਤਾਂ ਤੁਸੀਂ ਉਹਦੀ ਪਹਿਚਾਣ ਬਣਾਉਣੀ ਹੈ, ਉਹਨੂੰ ਪੁੱਛਣਾ ਹੈ, ਉਹਦੇ ਨਾਲ ਡੀਲ ਕਰਨਾ ਹੈ ਕਿ ਹਾਂ ਕਿਵੇਂ ਕੰਮ ਚੱਲ ਰਿਹਾ ਕਿਵੇਂ ਨਹੀਂ। ਦੇ ਫੀਲ ਦੈਟ ਵਟ ਦੇ ਡੂ ਸ਼ੁੱਡ ਬੀ ਰੈਕੋਗਨਾਈਜ਼ਡ ਬਾਈ ਅਦਰਸ। ਦੂਜੇ ਪਹਿਚਾਨਣ ਵੀ ਇਹ ਬੰਦਾ ਇਹ ਕੰਮ ਕਰਦਾ ਹੈ, ਠੀਕ ਹੈ ਜੀ। ਰੈਕੋਗਨੀਸ਼ਨ ਮੀਨਸ ਐਕਨੋਲੇਜਮੈਂਟ ਵਿਦ ਦਾ ਸ਼ੋ ਆਫ ਐਪਰੀਸ਼ੀਏਸ਼ਨ। ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਸਿਰਫ ਉਹਨੂੰ ਐਪਰੀਸ਼ੀਏਟ ਕਰਨਾ ਕਿ ਹਾਂ ਬਹੁਤ ਵਧੀਆ ਕੰਮ ਕਰ ਰਿਹਾ ਤੂੰ, ਹਨਾ, ਕਿ ਤੇਰੇ ਵੀ ਜੇ ਤੂੰ ਡੇਲੀ ਆ ਕੇ ਕੰਮ ਕਰਦਾ ਤਾਂ ਸਾਡਾ ਕੰਮ ਵਧੀਆ ਤਰੀਕੇ ਨਾਲ ਚੱਲਦਾ ਇਹ ਉਹ, ਠੀਕ ਹੈ। Appreciation is given to work performed by employee, they feel motivated। ਕੋਈ ਵੀ ਇਨਸਾਨ ਹੈ, ਮੰਨ ਲਓ ਤੁਸੀਂ ਆਪਣੇ ਆਪ ਦੀ ਐਗਜ਼ਾਮਪਲ ਲਓ, ਜੇ ਤੁਸੀਂ ਬਹੁਤ ਵਧੀਆ ਟੈਸਟ ਕੀਤਾ ਕਲਾਸ ਦੇ ਵਿੱਚ, ਤੁਸੀਂ ਟੀਚਰ ਨੇ ਤੁਹਾਨੂੰ ਗੁੱਡ ਨਹੀਂ ਦਿੱਤੀ, ਕੁਝ ਨਹੀਂ ਕਿਹਾ ਹੈਗਾ, ਤਾਂ ਤੁਹਾਨੂੰ ਕਿੱਦਾਂ ਫੀਲ ਹੁੰਦਾ ਵੀ ਮੈਂ ਅੱਜ ਇੰਨਾ ਵਧੀਆ ਕੀਤਾ ਸੀਗਾ, ਵੀ ਜੇ ਟੀਚਰ ਮੇਰੀ ਪ੍ਰੇਜ਼ ਕਰ ਦਿੰਦਾ ਕਿੰਨਾ ਵਧੀਆ ਸੀ। ਜਾਂ ਫਿਰ ਜਦੋਂ ਟੀਚਰ ਤੁਹਾਨੂੰ ਥੋੜਾ ਜਿਹਾ ਵਧੀਆ ਕੰਮ ਕਰਨ ਤੇ, ਜਾਂ ਪੇਰੈਂਟਸ ਲਗਾ ਲਓ ਥੋੜਾ ਜਿਹਾ ਵਧੀਆ ਕੰਮ ਕਰਨ ਤੇ ਤੁਹਾਨੂੰ ਐਪਰੀਸ਼ੀਏਟ ਕਰਦੇ ਨੇ, ਕਿੰਨਾ ਵਧੀਆ ਫੀਲ ਹੁੰਦਾ ਹੈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਸੈਲਫ ਮੋਟੀਵੇਟਡ ਹੁੰਦੀਆਂ ਨੇ, ਠੀਕ ਹੈ, ਸੈਲਫ ਮੋਟੀਵੇਟਡ ਕਰਦੀਆਂ ਨੇ। ਇਹ ਨਾਨ ਫਾਈਨੈਂਸ਼ੀਅਲ ਇਨਸੈਂਟਿਵ ਦਾ ਪਾਰਟ ਹੈਗਾ ਇੱਕ, ਕਿ ਕਿਸੇ ਪਰਸਨ ਨੂੰ, ਹੁਣ ਜਦੋਂ ਇੱਕ ਆਰਗੇਨਾਈਜੇਸ਼ਨ ਹੈ 10 ਜਾਣੇ ਉੱਥੇ ਕੰਮ ਕਰ ਰਹੇ ਨੇ, ਇੱਕ ਬੰਦੇ ਨੇ ਕਹਿਤਾ ਕਿ ਆਹ ਬੰਦਾ ਬਹੁਤ ਵਧੀਆ ਕੰਮ ਕਰਦਾ, ਮੈਂ ਇੰਨੇ ਸਾਲਾਂ ਤੋਂ ਦੇਖ ਰਿਹਾ, ਜਾਂ ਮਾਲਕ ਨੇ ਕਹਿਤਾ, ਤਾਂ ਨੈਚੁਰਲੀ 10 ਜਣਿਆਂ ਦੇ ਵਿੱਚ ਉਹਦੀ ਪਹਿਚਾਣ ਬਣ ਗਈ, ਠੀਕ ਹੈ। ਤਾਂ ਉਹ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰਕੇ ਦਿਖਾਊਗਾ ਨੈਕਸਟ ਟਾਈਮ। ਕੰਗ੍ਰੈਚੁਲੇਸ਼ਨ ਫॉर EMPLOYE ਗੁੱਡ ਪਰਫਾਰਮੈਂਸ, ਉਹਨਾਂ ਨੂੰ ਕੰਗ੍ਰੈਚੁਲੇਟ ਕਰਨਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ। ਡਿਸਪਲੇ ਔਨ ਦਾ ਨੋਟਿਸ ਬੋਰਡ, ਕੰਪਨੀਆਂ ਦੇ ਵਿੱਚ ਨਾ EMPLOYEES ਦੇ ਨਾਮ ਲਿਖ ਕੇ ਲਾਏ ਜਾਂਦੇ ਨੇ ਕਿ ਇਸ ਮਹੀਨੇ ਦਾ ਜਿਹੜਾ ਸਭ ਤੋਂ ਵਧੀਆ ਕੰਮ ਹੈ ਉਹ ਫਲਾਣੇ ਬੰਦੇ ਨੇ ਕੀਤਾ, ਉਹਦਾ ਨਾਮ ਲਿਖ ਕੇ ਲਾਇਆ ਜਾਂਦਾ ਨੋਟਿਸ ਬੋਰਡ ਤੇ, ਕਿ ਦੂਜਿਆਂ ਨੂੰ ਵੀ ਪਤਾ ਲੱਗ ਸਕੇ, ਠੀਕ ਹੈ। ਇੰਸਟਾਲਿੰਗ ਅਵਾਰਡ ਜਾਂ ਸਰਟੀਫਿਕੇਟ ਵਗੈਰਾ ਦਿੱਤੇ ਜਾਂਦੇ ਆ ਉਹਨਾਂ ਨੂੰ, ਠੀਕ ਹੈ, ਕਿ ਇਹ ਪਰਸਨ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ। ਸੋ ਮੋਰ ਓਵਰ ਡਿਸਟ੍ਰੀਬਿਊਸ਼ਨ mementos, complimentaries like t-shirt in recognition of employee service, ਠੀਕ ਹੈ। ਸੋ ਕੁਛ ਨਾ ਕੁਛ ਉਹਨਾਂ ਨੂੰ ਦਿੱਤਾ ਜਾਂਦਾ ਹੈ ਜ਼ਿਆਦਾ ਤੋਂ ਜ਼ਿਆਦਾ ਮੋਟੀਵੇਟ ਕਰਨ ਦੇ ਲਈ। ਰਿਵਾਰਡਿੰਗ ਐਨ EMPLOYE ਫॉर ਗਿਵਿੰਗ ਵੈਲਿਊਏਬਲ ਸੁਜੈਸ਼ਨ, ਤੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸੁਜੈਸਟ ਕਰਨਾ ਕਿ ਤੁਸੀਂ ਇਹ ਕਰ ਸਕਦੇ ਹੋ ਉਹ ਕਰ ਸਕਦੇ ਹੋ, ਕਿ ਵੈਲਿਊਏਬਲ ਸੁਜੈਸ਼ਨ ਦੇਣੇ, ਠੀਕ ਹੈ। ਆਲਰੇਡੀ ਉਹ ਕੰਮ ਵਧੀਆ ਕਰ ਹੀ ਰਹੇ ਨੇ, ਬਟ ਤੁਸੀਂ ਸਿਰਫ ਉਹਨਾਂ ਨੂੰ ਸੁਜੈਸ਼ਨ ਦੇਣੇ ਕਿ ਆਹ ਕੰਮ ਏਦਾਂ ਹੋ ਸਕਦਾ ਸੀਗਾ, ਏਦਾਂ ਕਰ ਸਕਦੇ ਹੋ। ਨੈਚੁਰਲੀ ਉਹਨਾਂ ਦੇ ਕੰਮ ਤੇ, ਉਹਨਾਂ ਦੀ ਪਰਫਾਰਮੈਂਸ ਤੇ ਜ਼ਿਆਦਾ ਵਧੀਆ ਅਸਰ ਹੋਏਗਾ, ਤੁਹਾਨੂੰ ਵਧੀਆ ਕੰਮ ਕਰਕੇ ਦੇਣਗੇ ਉਹ। ਜੌਬ ਸਿਕਿਉਰਿਟੀ, ਜੌਬ ਸਿਕਿਉਰਿਟੀ ਕੀ ਹੁੰਦੀ ਹੈ? EMPLOYE ਵਾਂਟ देयर ਜੌਬ ਟੂ ਬੀ ਸਿਕਿਉਰ। ਕੋਈ ਵੀ ਪਰਸਨ ਹੈ ਰਾਜੇ, ਉਹ ਜਦੋਂ ਇੱਕ ਵਾਰ ਕੰਮ ਤੇ ਲੱਗਦਾ ਤਾਂ ਉਹਨੂੰ ਇਹ ਡਰ ਨਹੀਂ ਉਹਦੇ ਮਨ 'ਚ ਹੋਣਾ ਚਾਹੀਦਾ ਕਿ ਮੈਨੂੰ ਕਿਸੇ ਵੀ ਟਾਈਮ ਇੱਥੋਂ ਕੱਢਿਆ ਜਾ ਸਕਦਾ। ਸੋ ਜੌਬ ਸਿਕਿਉਰਿਟੀ ਹੋਣੀ ਬਹੁਤ ਜ਼ਰੂਰੀ ਹੈ। They want certain stability about future income and work so that they do not feel worried on these aspects and work with greater zeal, ਠੀਕ ਹੈ, ਕਿ ਉਹ ਆਪਣੇ ਮਤਲਬ ਵਧੀਆ ਤਰੀਕੇ ਨਾਲ ਸਾਰਾ ਕੰਮ ਕਰਕੇ ਦੇਣ, ਉਹਨਾਂ ਦੇ ਅੰਦਰ ਕੋਈ ਡਰ ਨਹੀਂ ਹੋਣਾ ਚਾਹੀਦਾ। ਸਿਕਿਉਰਿਟੀ ਹੋਣੀ ਚਾਹੀਦੀ ਹੈ ਕਿ ਹਾਂ ਇਹ ਜੌਬ ਮੇਰੇ ਲਈ ਹੈਗੀ ਹੈ ਤੇ ਮੈਨੂੰ ਇੱਥੋਂ ਕਿਤੇ ਨਹੀਂ ਕੱਢਿਆ ਜਾਏਗਾ। In India, this aspect is more important considering the inadequate job opportunities and too many aspirants for these. However, there is one negative aspect of job security. When people feel that they are not likely to lose their job, they may become complacent। ਸੋ ਜਦੋਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਮੈਂ ਇਸ ਜੌਬ ਤੋਂ ਤੇ ਮੈਂ ਲੱਗਿਆ ਰਹੂੰਗਾ, ਮੈਨੂੰ ਇੱਥੇ ਕੋਈ ਵੀ ਆਪਾਂ ਕਹਿ ਦਈਏ ਕਿ ਖਤਰਾ ਨਹੀਂ ਹੈਗਾ, ਤਾਂ ਉਹ ਉਹਨਾਂ ਦੇ ਲਈ ਕੀ ਹੈ, ਉੱਥੇ ਵਧੀਆ ਕੰਮ ਕਰਕੇ ਦਿੰਦੇ ਨੇ। ਜਿੱਦਾਂ ਰਾਜੇ ਗਵਰਨਮੈਂਟ ਜੌਬ ਦੇ ਪਿੱਛੇ ਕਿਉਂ ਭੱਜਦੇ ਨੇ ਲੋਕ? ਕਿਉਂ? ਜੌਬ ਸਿਕਿਉਰਿਟੀ ਹੈ। ਕੁਛ ਵੀ ਮਰਜ਼ੀ ਹੁੰਦਾ ਰਹੇ ਦੁਨੀਆ ਦੇ ਵਿੱਚ, ਚਾਹੇ ਉਹ ਬੰਦਾ ਕੰਮ ਤੇ ਜਾਵੇ ਚਾਹੇ ਨਾ ਜਾਵੇ। ਜਿੱਦਾਂ ਹੁਣ ਲੋਕਡਾਊਨ ਹੈ, ਬਹੁਤ ਸਾਰੇ ਲੋਕਾਂ ਦੀਆਂ ਜੌਬਸ ਚਲੀਆਂ ਗਈਆਂ ਜਿਹੜੀਆਂ ਪ੍ਰਾਈਵੇਟ ਜੌਬ ਕਰਦੇ ਸੀਗੇ, ਬਟ ਗਵਰਨਮੈਂਟ ਦੇ ਜਿਹੜੇ EMPLOYEES ਨੇ ਉਹਨਾਂ ਨੂੰ ਸੈਲਰੀਜ਼ ਮਿਲੀਆਂ ਨੇ, ਬੇਸ਼ੱਕ ਉਹਨਾਂ ਨੇ ਕੋਈ ਕੰਮ ਕੀਤਾ ਚਾਹੇ ਨਹੀਂ ਕੀਤਾ। ਸੋ ਉੱਥੇ ਉਹਨਾਂ ਦੀ ਜੌਬ ਸਿਕਿਉਰਿਟੀ ਹੈ ਜਿਹੜੀ ਬਣੀ ਹੋਈ ਹੈ, ਠੀਕ ਹੈ ਜੀ। Employee participation, it means involving employee in decision making of issue related to them। ਸੋ ਆਪਣੇ ਆਰਗੇਨਾਈਜੇਸ਼ਨ ਦੇ ਡਿਸੀਜ਼ਨ ਮੇਕਿੰਗ ਹੈ ਜਿਹੜੀ, ਉਹਦੇ ਵਿੱਚ ਕੁਛ ਨਾ ਕੁਛ ਇਨਵੋਲਵਮੈਂਟ ਹੈ ਜਿਹੜਾ ਆਪਾਂ EMPLOYEES ਦਾ ਲੈ ਸਕਦੇ ਹਾਂ, ਕਿ ਜੇ ਆਪਾਂ ਇਹ ਕੰਮ ਕਰਨਾ ਹੈ ਇਹਨੂੰ ਵਧੀਆ ਤਰੀਕੇ ਨਾਲ ਕਿਵੇਂ ਕਰੀਏ, ਹੈ ਨਾ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ EMPLOYEES ਨੂੰ ਕੀ ਕਰਦੀਆਂ ਨੇ, ਮੋਟੀਵੇਟ ਕਰਦੀਆਂ ਨੇ।
ਲਾਸਟ ਪੁਆਇੰਟ ਹੈ ਰਾਜੇ ਦਾ employee empowerment means giving more autonomy and power to subordinates. Empowerment makes people feel that their job are important. This feeling contribute positively to use of skill talent in the job performance. ਕਿ ਤੁਸੀਂ ਨੇ ਜ਼ਿਆਦਾ ਤੋਂ ਜ਼ਿਆਦਾ ਜ਼ਿੰਮੇਵਾਰੀਆਂ ਤੇ ਅਧਿਕਾਰ ਜਿਹੜੇ ਹੈਗੇ ਨੇ ਕਿਹਨੂੰ ਦੇਣੇ, ਵਰਕਰਸ ਨੂੰ ਦੇਣੇ ਨੇ, ਤਾਂ ਕਿ ਉਹਨਾਂ ਨੂੰ ਫੀਲ ਹੋਵੇ ਕਿ ਹਾਂ ਸਾਡੀ ਜ਼ਿੰਮੇਵਾਰੀ ਹੈ ਤੇ ਸਾਡੇ ਕੋਲ ਇਹ ਅਧਿਕਾਰ ਵੀ ਨੇ। ਠੀਕ ਹੈ, ਅਗਰ ਉਹਨਾਂ ਕੋਲ ਅਧਿਕਾਰ ਤੇ ਜ਼ਿੰਮੇਵਾਰੀਆਂ ਨਹੀਂ ਹੋਣਗੀਆਂ, ਸਿਰਫ ਉਹਨਾਂ ਕੋਲ ਜ਼ਿੰਮੇਵਾਰੀਆਂ ਨੇ ਕੋਈ ਅਧਿਕਾਰ ਨਹੀਂ, ਤਾਂ ਵੀ ਉਹ ਵਧੀਆ ਤਰੀਕੇ ਨਾਲ ਕੰਮ ਕਰਕੇ ਨਹੀਂ ਦੇਣਗੇ। ਤੇ ਉਹਨਾਂ ਤੋਂ ਕੰਮ ਲੈਣ ਦੇ ਲਈ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਇਸ ਅਥਾਰਟੀਜ਼ ਤੇ ਰਿਸਪੌਂਸਿਬਿਲਟੀਜ਼ ਦਾ ਅਹਿਸਾਸ ਕਰਾਉਣਾ ਜ਼ਰੂਰੀ ਹੈ। ਸਮਝ ਆਇਆ ਰਾਜੀ ਜਿੰਨਾ ਮੈਂ ਪੜਾਇਆ ਹੈ? ਓਕੇ ਲਵਪ੍ਰੀਤ, ਵਰਮਾ ਜੀ ਤੁਹਾਨੂੰ ਸਮਝ ਆ ਗਿਆ? Yes, ma'am. ਵੈਰੀ ਗੁੱਡ। ਅਗਲਾ ਟੌਪਿਕ ਹੈ ਬੱਚੇ ਆਪਣਾ ਲੀਡਰਸ਼ਿਪ ਦਾ। ਲੀਡਰਸ਼ਿਪ ਕੀ ਹੁੰਦੀ ਹੈ? ਅਰਮਾਨ ਪੜੋਗੇ ਰਾਜੇ? ਨਾ ਮੈਡਮ, ਮੇਰਾ ਗਲਾ ਖਰਾਬ। ਮੈਂ ਕਿਵੇਂ ਤੇਰੇ ਤੋਂ ਸੌਂਗ ਸੁਣਨਾ ਗਲਾ ਮੈਂ ਪੜਦਾ ਹੀ ਮੈਂ ਸੀਰੀਅਸਲੀ ਮੈਂ 20 ਮਿੰਟ ਤੋਂ ਲਗਾਤਾਰ ਬੋਲ ਰਹੀ ਹਾਂ, ਸਿਰ ਦੁਖਣ ਲੱਗ ਗਿਆ ਮੇਰਾ। ਪਲੀਜ਼ ਜੇ ਹੈਲਪ ਕਰ ਸਕਦੇ ਹੋ। ਮੈਂ ਪੜਦਾ ਹੀ ਲੀਡਰਸ਼ਿਪ ਪੜਦਾ ਹੀ। ਪੜੋ। Whenever we hear the success stories of an organization, we are immediately reminded of their leaders. Can you imagine Microsoft without Bill Gates, Reliance Industries without Ambani's, Infosys without Narayan Murthy, Tata without J.R.D. Tata, or Wipro without Ajim Premji? You would say it is not possible to achieve success without such great leaders. The leaders always play a key role for the success and excellence of any organization. ਹਾਂਜੀ, ਅੱਗੇ ਪੜਾਈ ਕਾਪ ਸਮਝਾਉਂਗੇ ਪਹਿਲਾਂ। ਜਿਹੜੇ ਲੀਡਰਸ ਹੁੰਦੇ ਨੇ ਰਾਜੇ, ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਕੋਈ ਵੀ ਅੱਜ ਦੁਨੀਆ ਦੇ ਜਿੱਡੇ ਵੀ ਵੱਡੇ ਵੱਡੇ ਬਿਜ਼ਨਸ ਜਿਹੜੇ ਹੈਗੇ ਨੇ, ਉਹ ਆਪਣੇ ਆਪ ਸਟੈਂਡ ਨਹੀਂ ਕੀਤੇ ਹੈਗੇ। ਕਿਸੇ ਨਾ ਕਿਸੇ ਪਰਸਨ ਦੀ ਜਿਹੜੀ ਦਿਨ ਰਾਤ ਦੀ ਜਿਹੜੀ ਮਿਹਨਤ ਹੈ, ਉਹਨਾਂ ਨੇ ਉਹ ਆਰਗੇਨਾਈਜੇਸ਼ਨ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕੀਤਾ। ਸੋ ਲੀਡਰ ਦਾ ਰੋਲ ਦੱਸਿਆ ਗਿਆ ਇੱਥੇ ਕਿ ਕਿੰਨਾ ਜ਼ਰੂਰੀ ਹੈ ਸਕਸੈਸਫੁਲ ਹੋਣ ਵਾਸਤੇ। ਹਾਂਜੀ ਰਾਜੇ ਅੱਗੇ। ਕਰੋ ਕੰਟੀਨਿਊ ਲਵਪ੍ਰੀਤ। ਲੱਗਦਾ ਜੀ ਮੈਂ ਤਾਂ ਮੈਂ ਕੇ ਬੰਦਤੀ ਆ ਜੀ, ਮੈਂ ਉਹੀ ਲੱਗ ਗਿਆ ਪੜਨ। Let us understand the concept of leadership, its importance and qualities of good leaders. Leadership is the process of influencing the behavior of people by making them strive voluntarily towards achievements of organizational goals. Leadership indicates the ability of an individual to maintain good interpersonal relation with the followers and motivate them to contribute for achieving organizational objectives. Features of leadership. ਚਲੋ ਪੜਾ ਦੋ ਜੀ। ਲੀਡਰਸ਼ਿਪ ਜਿਹੜਾ ਹੁੰਦਾ ਰਾਜੇ, ਲੀਡਰ ਦਾ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਇੱਕ ਜਿਹੜਾ ਲੀਡਰ ਹੈ ਉਹ ਕਿਸੇ ਵੀ, ਚਾਹੇ 4 ਜਣਿਆਂ ਦੀ ਟੀਮ ਹੈ, ਚਾਹੇ 4000 ਜਣਿਆਂ ਦੀ ਟੀਮ ਹੈ, ਇੱਕ ਜਿਹੜਾ ਲੀਡਰ ਹੈ ਅਗਰ ਉਹ ਸਹੀ ਚੱਲ ਰਿਹਾ ਹੈ, ਉਹ ਇਨਫਲੂਐਂਸ ਕਰ ਰਿਹਾ, ਉਹ ਪ੍ਰਭਾਵਿਤ ਕਰ ਰਿਹਾ ਹੈ ਗਰੁੱਪ ਆਫ ਪੀਪਲਸ ਨੂੰ, ਤਾਂ ਗਰੁੱਪ ਆਫ ਪੀਪਲ ਨੂੰ, ਤਾਂ ਉਹ ਉੱਥੇ ਬਹੁਤ ਵੱਡਾ ਰੋਲ ਹੈ। ਤਾਂ ਉਹਨਾਂ ਨੇ ਜਿਹੜੇ ਵੀ
ਗੋਲਸ ਨੇ ਉਹ ਜ਼ਰੂਰ ਅਚੀਵ ਹੋਣਗੇ। ਕਿਉਂਕਿ ਲੀਡਰ ਦੀ ਜਿਹੜੀ ਗੱਲ ਨੂੰ ਉਹ ਕੀ ਕਰਦੇ ਨੇ, ਸਿਰ ਮੱਥੇ ਰੱਖਦੇ ਨੇ ਤੇ ਉਸੇ ਤੇ ਵਰਕ ਕਰਕੇ ਦਿੰਦੇ ਨੇ, ਤਾਂ ਹੀ ਜਿਹੜੀ ਹੈਗੀ ਹੈ ਕੋਈ ਟੀਮ ਹੈ ਸਕਸੈਸਫੁਲ ਹੋ ਸਕਦੀ ਹੁੰਦੀ ਹੈ। ਹਾਂਜੀ ਰਾਜੇ, ਕਰੋ ਅੱਗੇ। ਫੀਚਰਸ ਆਫ ਲੀਡਰਸ਼ਿਪ ਹੈ। Examination of the above definition reveals the following important features of leadership. First, leadership indicates ability of an individual to influence others. ਹਾਂਜੀ, ਲੀਡਰ ਦੀ ਕੀ ਸਭ ਤੋਂ ਵੱਡੀ ਜਿਹੜੀ ਕੁਆਲਿਟੀ ਹੁੰਦੀ ਹੈ ਕਿ ਉਹ ਇੰਡੀਵਿਜੂਅਲ ਨੂੰ ਪ੍ਰਭਾਵਿਤ ਕਰਦਾ ਹੈ ਆਪਣੇ ਬੋਲਾਂ ਦੇ ਨਾਲ, ਆਪਣੀ ਗੱਲਾਂ ਦੇ ਨਾਲ। ਉਹਦੇ 'ਚ ਇਹ ਐਬਿਲਿਟੀ ਹੁੰਦੀ ਹੈ ਜਿਹਦੇ ਨਾਲ ਲੋਕ ਉਹਦੇ ਨਾਲ ਜੁੜਦੇ ਨੇ। ਹਾਂਜੀ, ਨੈਕਸਟ अगला पॉइंट है नहीं, आप पढ़ना ही definition. Leadership tries to bring change in the behavior of others. Leadership indicates interpersonal relationships between leaders and followers. Leadership is the exercise to achieve common goals of organization. Leadership is a continuous process. ਬਿਲਕੁਲ, ਹਾਂਜੀ ਰਾਜੇ। ਮੇਰੇ ਹੁਣ ਆਪਾਂ ਜੇ ਕਹੀਏ, ਮੰਨ ਲਓ ਤੁਹਾਡੀ ਇੱਕ ਟੀਮ ਬਣਾ ਦਈਏ, ਤੁਸੀਂ ਵਾਲੀਬਾਲ ਖੇਡਦੇ ਹੋ ਸਕੂਲ ਦੇ ਵਿੱਚ, ਹੈ ਨਾ। ਜੇ ਤੁਸੀਂ ਸਾਰੇ ਹੀ ਇੱਕ ਦੂਜੇ ਦੀ ਗੱਲ ਨਾ ਸੁਣੋ, ਉਹ ਕਹੇ ਮੈਂ ਤਾਂ ਇੱਥੇ ਖੜ ਕੇ ਬਾਲ ਮਾਰੂ, ਉਹ ਕਹੇ ਮੈਂ ਤਾਂ ਐਵੇਂ ਮਾਰੂ, ਤਾਂ ਇਹਦਾ ਮਤਲਬ ਕੀ ਹੈ, ਤੁਹਾਡੀ ਗੇਮ ਖਰਾਬ ਹੋ ਜੂ। ਫਿਰ ਇੱਕ ਜਣਾ ਹੈਗਾ ਜਿਹੜਾ ਸਾਰਿਆਂ ਨੂੰ ਗਾਈਡ ਕਰਦਾ ਹੈ ਵੀ ਮੈਂ ਸਮਝਾ ਕੇ ਆਉਣਾ ਫਲਾਣੇ ਨੂੰ, ਤੂੰ ਰੁਕ ਇੱਥੇ, ਮੈਂ ਸਮਝਾਉਣਾ। ਉਹਨੇ ਸਾਰਿਆਂ ਨੂੰ ਜਾ ਕੇ ਮੰਨ ਲਓ ਕਹਿਤਾ ਵੀ ਤੂੰ ਇੱਥੇ ਖੜੀ, ਇੱਥੋਂ ਬਾਲ ਪਕੜੀ, ਤੂੰ ਇੱਥੇ ਖੜੀ, ਐਵੇਂ ਕਰੀ, ਇੱਥੇ ਖੜੀ, ਐਵੇਂ ਕਰੀ। ਸੋ ਉਹ ਇੱਕ ਲੀਡਰ ਦਾ ਕੰਮ ਕਰ ਰਿਹਾ ਉੱਥੇ, ਠੀਕ ਹੈ, ਜਿਹਦੀ ਗੱਲ ਸਾਰੇ ਸੁਣ ਰਹੇ ਨੇ। ਤੇ ਸਾਡਾ ਗੋਲ ਕੀ ਹੈ ਕਿ ਅਸੀਂ ਵਧੀਆ ਤਰੀਕੇ ਨਾਲ ਗੇਮ ਖੇਡਣੀ ਹੈ, ਠੀਕ ਹੈ, ਇੰਜੋਏ ਕਰਨਾ ਹੈ। ਸੋ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਏਦਾਂ ਹੀ ਚੱਲਦਾ ਹੈ ਕਿ ਲੀਡਰਸ਼ਿਪ ਕੀ ਕਰਦਾ ਹੈ, ਬਿਹੇਵੀਅਰ ਚੇਂਜ ਕਰਦਾ ਲੋਕਾਂ ਦਾ, ਠੀਕ ਹੈ। ਵੀ ਜੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਹ ਕੰਮ ਕਰਨ ਲਾਊਗਾ ਉਹਨਾਂ ਨੂੰ, ਠੀਕ ਹੈ। ਤੇ ਉਹ ਰਿਲੇਸ਼ਨ ਬਣਾਉਂਦਾ ਇੰਟਰਪਰਸਨਲ, ਕਿ ਆਪਣੀਆਂ ਗੱਲਾਂ ਉਹਨਾਂ ਤੱਕ ਪਹੁੰਚਾਉਂਦਾ ਤੇ ਉਹਨਾਂ ਦੀਆਂ ਗੱਲਾਂ ਆਪ ਸੁਣਦਾ। ਤੇ ਉਹ ਇੱਕ ਐਕਸਰਸਾਈਜ਼ ਕਰਦਾ ਕਿ ਜਿਹੜੇ ਕਾਮਨ ਗੋਲ ਨੇ ਸਾਡੇ ਆਰਗੇਨਾਈਜੇਸ਼ਨ ਦੇ, ਉਹ ਕਿਸੇ ਵੀ ਤਰੀਕੇ ਦੇ ਨਾਲ ਖਰਾਬ ਨਹੀਂ ਹੋਣੇ ਚਾਹੀਦੇ, ਉਹਨਾਂ ਨੂੰ ਅਸੀਂ ਪੂਰਾ ਕਰਾਂਗੇ। ਲੀਡਰਸ਼ਿਪ ਇਜ਼ ਅ ਕੰਟੀਨਿਊ ਪ੍ਰੋਸੈਸ, ਇਹ ਲਗਾਤਾਰ ਚੱਲਣ ਵਾਲੀ ਪ੍ਰੋਸੈਸ ਹੈ। ਹੁਣ ਇਸ ਤੋਂ ਬਾਅਦ ਰਾਜੇ ਤੁਸੀਂ ਪੜ੍ਹੋ ਅੱਗੇ ਪੁਆਇੰਟ। ਇੰਪੋਰਟੈਂਸ ਆਪਾਂ ਨੂੰ ਪਤਾ ਹੀ ਹੈ ਕਿ ਇੰਪੋਰਟੈਂਸ ਕੀ ਹੁੰਦੀ ਹੈ ਇਹਦੀ। ਆਪਾਂ ਇਹਦੇ ਨੈਕਸਟ ਪੁਆਇੰਟ ਪੜ੍ਹਦੇ ਹਾਂ। ਹਾਂਜੀ, ਆਹ ਇੰਪੋਰਟੈਂਸ ਦੇ ਪੁਆਇੰਟ ਪੜ੍ਹ ਦਿਓ ਰਾਜੇ। ਦ ਇੰਪੋਰਟੈਂਸ ਆਫ ਲੀਡਰਸ਼ਿਪ ਕੈਨ ਡਿਸਕਸ। The importance of leadership can be discussed from the following benefits to the organization. Leadership influences the behavior of people and makes them to positively contribute their energies for the benefit of organization. Good leaders always produce good results through their followers. A leader maintain personal relations and help followers in fulfilling their needs, and he provides needed confidence, support, and encouragement, and thereby creates a congenial work environment. Leader plays a key role in introducing required changes in the organization. ਹਾਂਜੀ, ਸੋ ਜਿਹੜਾ ਲੀਡਰ ਹੁੰਦਾ ਉਹ ਇਨਫਲੂਐਂਸ ਕਰਦਾ ਲੋਕਾਂ ਦੇ ਬਿਹੇਵੀਅਰ ਨੂੰ, ਠੀਕ ਹੈ। ਤੇ ਉਹਨਾਂ ਨੂੰ ਕਹਿੰਦਾ ਕਿ ਇਸ ਤਰ੍ਹਾਂ ਤੁਸੀਂ ਕਰਨਾ ਹੈ। ਉਸ ਤੋਂ ਬਾਅਦ ਹੈਗਾ ਗੁੱਡ ਲੀਡਰ ਕੀ ਕਰਦਾ, ਰਿਜ਼ਲਟ ਲੈ ਕੇ ਆਉਂਦਾ ਖੁਦ ਅੱਗੇ ਹੋ ਕੇ ਲੋਕਾਂ ਨੂੰ ਗਾਈਡ ਕਰਦਾ। ਤੇ ਰਿਜ਼ਲਟ ਲੈ ਕੇ ਕੌਣ ਆਉਂਦੇ ਨੇ, ਉਹਦੇ ਫੋਲੋਅਰਸ, ਉਹਦੇ ਕਰਮਚਾਰੀ, ਠੀਕ ਹੈ। ਲੀਡਰ ਜਿਹੜਾ ਹੈਗਾ ਪਰਸਨਲ ਜਿਹੜਾ ਰਿਲੇਸ਼ਨ ਮੇਨਟੇਨ ਕਰਕੇ ਰੱਖਦਾ ਤੇ ਉਹਨਾਂ ਨੂੰ ਕਿਤੇ ਵੀ ਮਤਲਬ ਮੂਵ ਨਹੀਂ ਕਰਨ ਦਿੰਦਾ, ਕਿ ਉਹਨਾਂ ਨੂੰ ਹਮੇਸ਼ਾ ਇਨਕਰੇਜ ਕਰਦਾ, ਸਪੋਰਟ ਕਰਦਾ। ਰਾਜੇ ਅੱਜ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਜ਼ ਨੇ, ਵੱਡੀਆਂ ਵੱਡੀਆਂ ਫੈਕਟਰੀਜ਼ ਨੇ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਸੀ ਟਾਟਾ, ਬਿਰਲਾ ਹੋ ਗਈ, ਆਪਣੀ ਵਿਪਰੋ ਹੋ ਗਈ, ਜਾਂ ਫਿਰ ਬਿਲ ਗੇਟਸ ਦੀ ਕੰਪਨੀ ਮਾਈਕਰੋਸੋਫਟ ਹੋ ਗਈ, ਤਾਂ ਉੱਥੇ ਸਾਰਾ ਸਿਸਟਮ ਜਿਹੜਾ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ, ਸਕਸੈਸ ਇੱਥੋਂ ਹੀ ਮਿਲਦੀ ਹੈ ਕਿ ਇੱਕ ਪਰਸਨ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਖੁਦ ਕੰਮ ਕਰ ਰਿਹਾ ਹੈ ਤੇ ਬਾਕੀ ਦੀ ਜਿਹੜੀ ਉਹਦੀ ਟੀਮ ਹੈ ਉਹ ਕਿੰਨਾ ਕੁ ਪਾਰਟਿਸਿਪੇਟ ਕਰ ਰਹੀ ਹੈ ਉਹਦੇ ਨਾਲ। ਇਹ ਸਾਰੀਆਂ ਚੀਜ਼ਾਂ ਇੱਥੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਹਾਂਜੀ, ਇਹ ਜਿਹੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਕਿ ਜਿਹੜੇ ਰਿਕੁਆਇਰ ਚੇਂਜਸ ਨੇ ਉਹ ਹੋਣੇ ਚਾਹੀਦੇ ਨੇ ਆਰਗੇਨਾਈਜੇਸ਼ਨ ਦੇ ਵਿੱਚ, ਠੀਕ ਹੈ ਰਾਜੇ। ਹੁਣ ਆਪਾਂ ਕੁਆਲਿਟੀਜ਼ ਪੜਾਂਗੇ ਗੁੱਡ ਲੀਡਰ ਦੀਆਂ ਕੀ ਹੁੰਦੀਆਂ ਨੇ। ਹਾਂਜੀ, Qualities of a good leader. But are the qualities possessed by a good leader? Are there any common traits, qualities applicable to all good leaders? How many such qualities such a good should a leader possess to be successful?
One approach to leadership emphasizes that a person should possess certain qualities or traits to become a successful leader. It assumes that leaders can be distinguished from non-leaders by certain unique traits possessed by them. ਹਾਂਜੀ ਬੱਚੇ ਆਪਾਂ ਕਲਾਸ ਦੇ ਵਿੱਚ ਕਈ ਵਾਰ ਗੱਲ ਕੀਤੀ ਹੈ ਹਨਾ ਕਿ ਜਿਹੜੀਆਂ ਜੌਬ ਨਹੀਂ ਹੁੰਦੀ ਉਹਦੀ IAS PCS ਦੀ ਉਹਦੇ ਵਿੱਚ ਨਾ ਬਹੁਤ ਟਫ ਇੰਟਰਵਿਊ ਹੁੰਦਾ ਹੈ ਸਟੂਡੈਂਟਸ ਦਾ ਜਿਹੜੇ ਵੀ ਪਾਰਟਿਸਿਪੇਟ ਕਰਦੇ ਆ। ਕਿਉਂ ਹੁੰਦਾ ਇੰਨਾ ਟਫ? ਕਿਉਂਕਿ ਉਹਨਾਂ ਨੇ ਅੱਗੇ ਜਾ ਕੇ ਫਿਊਚਰ ਦੇ ਵਿੱਚ ਲੀਡਰਾਂ ਨੂੰ ਜਿਹੜੇ ਵੱਡੇ ਵੱਡੇ ਹੁਣ ਮੰਤਰੀ ਨੇ, ਜਿਵੇਂ ਚਰਨਜੀਤ ਸਿੰਘ ਚੰਨੀ ਹੈ ਆਪਣਾ ਮੁੱਖ ਮੰਤਰੀ ਹੈ ਜਿਹੜਾ, ਅਗਰ ਉਹ ਕੁਛ ਵੀ ਆਹ ਕਰ ਰਹੇ ਹੈ ਕੋਈ ਵੀ ਫੈਸਲਾ ਲੈ ਰਹੇ ਹੈ ਹਨਾ ਇਹ ਪੰਜਾਬ ਦੇ ਬਾਰੇ ਚ ਜਾਂ ਕਿਸੇ ਵੀ ਚੀਜ਼ ਦੇ ਬਾਰੇ, ਉਹਨੂੰ ਕੌਣ ਸਪੋਰਟ ਕਰ ਰਿਹਾ? ਕੀ ਉਹ ਆਪਣੇ ਦਿਮਾਗ ਨਾਲ ਫੈਸਲਾ ਲੈਂਦਾ? ਨਹੀਂ, ਇਹਨਾਂ ਲੀਡਰਾਂ ਨੂੰ ਵੱਡੇ ਵੱਡੇ IAS PCS ਅਧਿਕਾਰੀ ਜਿਹੜੇ ਹੁੰਦੇ ਨੇ ਉਹ ਹੈਲਪ ਕਰਦੇ ਨੇ। ਤਾਂ ਅਗਰ ਉਹਨਾਂ ਦੇ ਕੋਲ ਹੀ ਕੁਆਲਿਟੀਜ਼ ਨਹੀਂ ਹੋਣਗੀਆਂ ਤਾਂ ਉਹ ਕਿਸੇ ਨੂੰ ਕੀ ਹੈਲਪ ਕਰ ਦੇਣਗੇ? ਪੰਜਾਬ ਨੂੰ ਚਲਾਉਣ ਵਾਸਤੇ ਉਹ ਕਿੱਥੋਂ ਹੈਲਪ ਕਰ ਦੇਣਗੇ? ਸੋ ਉਹ ਵੀ ਇੱਕ ਲੀਡਰਾਂ ਦੀ ਤਰ੍ਹਾਂ ਹੀ ਹੁੰਦੇ ਨੇ। ਉਹਨਾਂ ਦੀ ਜਿਹੜੀ ਹੈਗੀ ਹੈ ਇੱਕ ਲੀਡਰ ਦਾ ਮਤਲਬ ਇੱਥੇ ਇਹ ਨਹੀਂ ਹੈਗਾ ਵੀ ਜਾਂ ਪੋਲੀਟੀਕਲ ਲੀਡਰ ਜਾਂ ਕੁਛ ਹੋਰ, ਲੀਡਰ ਦਾ ਮਤਲਬ ਇੱਥੇ ਇਹ ਹੈ ਵੀ ਉਹ ਪਰਸਨ ਜਿਹੜਾ ਬਾਕੀਆਂ ਨੂੰ ਗਾਈਡ ਕਰਦਾ ਹੈ ਕਿਸੇ ਵੀ ਗੋਲ ਨੂੰ ਫੁੱਲਫਿਲ ਕਰਨ ਵਾਸਤੇ। ਠੀਕ ਹੈ ਬੱਚੇ? ਹਾਂਜੀ, ਇਹਦੀਆਂ ਕੁਆਲਿਟੀਜ਼ ਆਪਾਂ ਪੜ੍ਹੀਏ। ਚਲੋ ਮੈਂ ਪੜ੍ਹਦੀ ਨਹੀਂ। ਇਹ ਫਿਜ਼ੀਕਲ ਫੀਚਰ ਕੀ ਹੁੰਦੇ ਆ ਰਾਜੇ? ਕਿ ਫਿਜ਼ੀਕਲ ਲੁੱਕ ਵਾਈਜ਼ ਵਧੀਆ ਹੋਣਾ ਚਾਹੀਦਾ ਹੈ। ਇਹ ਫਿਜ਼ੀਕਲ ਫੀਚਰ ਹੋਣੇ ਵੀ ਜ਼ਰੂਰੀ ਹੁੰਦੇ ਨੇਗੇ। ਲੁੱਕ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਉਹ ਲੋਕਾਂ ਨੂੰ ਅਟਰੈਕਟ ਕਰਦਾ ਹੋਣਾ ਚਾਹੀਦਾ। ਤੇ ਨੌਲੇਜ ਕੀ ਹੈਗੀ? ਨੌਲੇਜ ਹੋਣੀ ਚਾਹੀਦੀ ਹੈ ਜਿਹੜੀ ਵੀ ਫੀਲਡ ਦੇ ਵਿੱਚ ਉਹ ਹੈਗਾ ਉਹਨੂੰ ਆਪਣੀ ਫੀਲਡ ਦੀ ਫੁੱਲ ਫਲੈਜਡ ਨੌਲੇਜ ਹੋਣੀ ਚਾਹੀਦੀ ਹੈ। ਇੰਟੀਗ੍ਰਿਟੀ ਕੀ ਹੁੰਦੀ ਹੈ? ਸ਼ੁੱਡ ਪੋਜੈਸਡ ਹਾਈ ਲੈਵਲ ਆਫ ਇੰਟੀਗ੍ਰਿਟੀ ਐਂਡ ਓਨੈਸਟੀ। ਆਪਣੇ ਕੰਮ ਦੇ ਪ੍ਰਤੀ ਉਹਦੀ ਓਨੈਸਟੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿ ਲੋਕਾਂ ਨੂੰ ਕਹਿ ਰਹੇ ਤੁਸੀਂ ਕਰੋ 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 ਕਰੋ, ਆਪ ਸੁੱਤਾ ਵੀ ਨਹੀਂ ਉੱਠਦਾ ਹੈਗਾ। ਠੀਕ ਹੈ? ਇਹ ਵੀ ਨਹੀਂ ਹੋਣਾ। ਇਨੀਸ਼ੀਏਟਿਵ, ਹਰ ਇੱਕ ਆਪਰਚੁਨਿਟੀ ਨੂੰ ਜਿਹੜਾ ਗ੍ਰੈਸਪ ਕਰਨ ਦੇ ਲਈ ਉਹਦੇ ਵਿੱਚ ਇਨੀਸ਼ੀਏਟਿਵ ਹੋਣਾ ਚਾਹੀਦਾ ਹੈ। ਤੁਰੰਤ ਖੁਦ ਜਿਹੜੀ ਹੈਗੀ ਹੈ ਆਪਾਂ ਕਹਿੰਦੇ ਕੈਪੈਸਿਟੀ ਹੋਣੀ ਚਾਹੀਦੀ ਹੈ ਅੱਗੇ ਹੋ ਕੇ ਕੰਮ ਕਰਨ ਦੀ। ਹੁਣ ਤੁਸੀਂ ਇਹ ਦੇਖੋ, ਆਪਾਂ ਇੱਕ ਫੈਮਿਲੀ ਦੀ ਗੱਲ ਲੈ ਕੇ ਚੱਲਦੇ ਹਾਂ। ਮੰਨ ਲਓ ਕਿ ਕੋਈ ਵੀ ਫੈਮਿਲੀ ਹੈ, ਉਹ 'ਚ ਮਦਰ ਫਾਦਰ ਬੱਚੇ ਨੂੰ ਕਹਿੰਦੇ ਵੀ ਸਵੇਰੇ 4 ਵਜੇ ਉੱਠ ਕੇ ਪੜ੍ਹਿਆ ਕਰ, ਇਹ ਹੈ ਉਹ ਹੈ, ਪੜ੍ਹਨਾ ਵਧੀਆ ਹੁੰਦਾ ਹੈ, ਜਾਂ ਫਿਰ ਤੂੰ ਵੋਕ ਕਰਿਆ ਕਰ, ਇਹ ਕਰਿਆ ਕਰ। ਅਗਰ ਉਹ ਪੇਰੈਂਟਸ ਖੁਦ ਨਹੀਂ ਉੱਠ ਰਹੇ ਹੈਗੇ ਤਾਂ ਉਹ ਬੱਚੇ ਨੂੰ ਕਦੇ ਮੋਟੀਵੇਟ ਨਹੀਂ ਕਰ ਸਕਦੇ ਹੈਗੇ। ਠੀਕ ਹੈ? ਅਗਰ ਉਹ ਪੇਰੈਂਟਸ ਖੁਦ ਉੱਠ ਕੇ ਮਾਰਨਿੰਗ ਉਸ ਟਾਈਮ ਤੇ ਕੋਈ ਕੰਮ ਕਰ ਰਹੇ ਨੇ ਤਾਂ ਬੱਚਾ ਨੈਚੁਰਲੀ ਮੋਟੀਵੇਟ ਹੋਊਗਾ। ਇਸੇ ਤਰ੍ਹਾਂ ਇੱਕ ਲੀਡਰ ਹੈ ਜੇ ਉਹ ਖੁਦ ਕੁਛ ਕਰ ਨਹੀਂ ਰਿਹਾ, ਸਿਰਫ ਲੋਕਾਂ ਨੂੰ ਗੱਲਾਂ ਕਰਕੇ ਸੁਣਾ ਰਿਹਾ ਹੈ, ਤਾਂ ਉੱਥੇ ਉਹਦੀ ਲੀਡਰਸ਼ਿਪ ਹੈ ਫੇਲ ਹੋ ਜਾਣੀ ਹੈ। ਕਮਿਊਨੀਕੇਸ਼ਨ ਸਕਿੱਲ ਹੈ ਜੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਮੋਟੀਵੇਸ਼ਨ ਸਕਿੱਲਸ ਨੇ ਜਿਹੜੀਆਂ ਉਹ ਵੀ ਉਹਦੇ 'ਚ ਹੋਣੀਆਂ ਚਾਹੀਦੀਆਂ ਨੇ, ਤੇ ਲੋਕਾਂ ਨੂੰ ਮੋਟੀਵੇਟ ਵੀ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਨੀਡਸ ਨੇ ਉਹ ਵੀ ਸੈਟਿਸਫਾਈ ਕਰੇ। ਸੈਲਫ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਅਗਰ ਉਹਦੇ 'ਚ ਸੈਲਫ ਕੌਨਫੀਡੈਂਸ ਨਹੀਂ ਹੈਗਾ ਤਾਂ ਵੀ ਉਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਹੈਗਾ ਆਪਣੇ ਕੰਮ ਦੇ ਨਾਲ, ਤੇ ਉਹ ਇੱਕ ਚੰਗਾ ਲੀਡਰ ਨਹੀਂ ਬਣ ਸਕਦਾ। ਠੀਕ ਹੈ ਜੀ? ਸੋ ਦੈਟਸ ਇਟ ਫॉर ਟੂਡੇ। ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਕਲਾਸ ਅਟੈਂਡ ਕੀਤੀ ਤੇ ਚੈਪਟਰ ਵੀ ਪੜ੍ਹਿਆ। ਠੀਕ ਹੈ? ਬਹੁਤ ਵਧੀਆ। ਮੇਰਾ ਵੀ ਕੌਨਫੀਡੈਂਸ ਵਧ ਜਾਂਦਾ ਜਦੋਂ ਤੁਸੀਂ ਕਲਾਸ ਅਟੈਂਡ ਕਰਦੇ ਹੋ ਤੇ ਮੈਨੂੰ ਵੀ ਮਨ ਕਰਦਾ ਵੀ ਹਾਂ ਪੜ੍ਹਾਇਆ ਜਾਵੇ। ਸੋ ਅੱਜ ਦੀ ਕਲਾਸ ਦੇ ਲਈ ਇੰਨਾ ਹੀ ਹੈ ਰਾਜੇ। ਸਿਰਫ ਇਹ ਨਾ ਬਿਜ਼ਨਸ ਸਟੱਡੀ ਦਾ ਰਾਜੇ ਚੈਪਟਰ ਹਲੇ ਆਪਣਾ ਇਦੋਂ ਵੀ ਟਫ ਆਉਣੇ ਨੇ, 2-3 ਚੈਪਟਰ ਨੇ ਜਿਹੜੇ ਜਿੰਨੇ ਦਿਨ ਆਨਲਾਈਨ ਕਲਾਸਾਂ ਲੱਗ ਰਹੀਆਂ ਨੇ ਬੱਚੇ ਜ਼ਰੂਰ ਲਾਇਆ ਕਰੋ। ਠੀਕ ਹੈ? ਠੀਕ ਹੈ ਜੀ। ਹਾਂਜੀ ਹਾਂ, ਤੇ ਬਾਕੀਆਂ ਨੂੰ ਵੀ ਕਹੋ ਆਪਣੇ ਫਰੈਂਡ ਸਰਕਲ ਨੂੰ ਕਿ ਹਾਂ ਕਲਾਸ ਲਾਇਆ ਕਰਨ। ਤੇ ਰਾਜੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਸੀਗਾ, ਅੱਜ ਗਰੁੱਪ ਦੇ ਵਿੱਚ ਨਾ ਆਪਾਂ ਇੱਕ ਪਿਕਸ ਸੈਂਡ ਕਰਾਂਗੇ ਤੁਹਾਨੂੰ, ਤੇ ਉਹ ਪਿਕ ਦਾ ਤੁਸੀਂ ਨੇ ਸਟੇਟਸ ਪਾਉਣਾ ਹੈ ਤੇ DP ਵੀ ਲਾਉਣੀ ਹੈ ਆਪਦੇ, ਚਾਹੇ WhatsApp ਤੇ ਸਟੇਟਸ ਵੀ ਪਾ ਦਿਓ ਤੇ DP ਲਾ ਲਿਓ। ਤੇ ਨਾਲ ਤੁਸੀਂ ਅਗਰ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਸ ਤੇ ਵੀ ਹੈਗੇ ਹੋ ਲਾਈਕ ਇੰਸਟਾਗ੍ਰਾਮ, ਫੇਸਬੁੱਕ, ਤਾਂ ਉੱਥੇ ਵੀ ਪਾਉਣੀ ਹੈ ਤੁਸੀਂ ਇੱਕ ਵਾਰ ਉਹਦੀ ਫੋਟੋ ਹੈ ਜਿਹੜੀ। ਕਿਉਂ ਪਾਉਣੀ ਹੈ ਰਾਜੇ? ਕਿਉਂਕਿ ਕਾਹਦੀ ਉਹ ਪਾਉਂਗੇ ਤੁਹਾਡੇ ਜੀ ਵੈਸੇ? ਸਕੂਲ ਓਪਨ ਕਰਾਉਣ ਦੇ ਰਿਲੇਟਡ ਹੈ ਰਾਜੇ। ਦੇਖੋ ਸਾਰਾ ਕੁਝ ਦੁਨੀਆ ਤੇ ਚੱਲ ਰਿਹਾ, ਇਕੱਲੇ ਸਕੂਲ ਬੰਦ ਪਏ ਨੇ, ਬਹੁਤ ਜ਼ਿਆਦਾ ਲਾਸ ਹੋ ਰਿਹਾ ਬੱਚਿਆਂ ਦਾ। ਬੱਚਿਆਂ ਨੂੰ ਨਹੀਂ ਪਤਾ ਇਸ ਗੱਲ ਦਾ।
ਠੀਕ ਹੈ, ਰੈਲੀਆਂ ਹੋ ਰਹੀਆਂ ਨੇ, ਸਭ ਕੁਝ ਹੋ ਰਿਹਾ, ਸਾਰੇ ਇਕੱਠ ਹੋ ਰਹੇ ਨੇ, ਸਕੂਲਾਂ ਦੇ ਨਾਮ ਤੇ ਬੰਦ ਨੇ। ਸੋ ਬੱਚੇ ਤੁਸੀਂ ਜੇ ਕੋਆਪਰੇਟ ਕਰੋਗੇ ਤਾਂ ਆਪਣੇ ਸਕੂਲ ਖੁੱਲ ਵੀ ਸਕਦੇ ਨੇ। ਬਹੁਤ ਸਾਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਘਰੇ ਰਹਿ ਕੇ ਸਭ ਨੂੰ ਪਤਾ ਵੀ ਕਿਹੋ ਜਿਹੀਆਂ ਪੜ੍ਹਾਈਆਂ ਹੁੰਦੀਆਂ ਨੇ। ਇਹ ਤਾਂ ਹੁਣ ਇੱਕ ਆਪਣੀ ਮਜਬੂਰੀ ਹੈ, ਹਾਂ ਜੀ। ਆਨਲਾਈਨ ਕਲਾਸਿਸ ਆਪਾਂ ਲਾ ਰਹੇ ਹਾਂ, ਹਾਂਜੀ ਹਾਂ ਠੀਕ ਹੈ। ਸੋ ਬਾਕੀ ਫਰੈਂਡਸ ਨੂੰ ਵੀ ਕਿਹਾ ਕਰੋ ਕਲਾਸ ਅਟੈਂਡ ਵੀ ਕਰਨ, ਤੇ ਉਹ ਵੀ ਤੁਸੀਂ ਸਟੇਟਸ ਜ਼ਰੂਰ ਪਾਉਣੇ ਨੇ, ਠੀਕ ਹੈ। ਠੀਕ ਹੈ ਹਾਂਜੀ ਜੀ। ਹਾਂ ਠੀਕ ਹੈ। ਠੀਕ ਹੈ ਰਾਜੇ, ਬਾਕੀ ਆਪਾਂ ਕੱਲ ਦੀ ਕਲਾਸ 'ਚ ਪੜਾਂਗੇ। ਹੁਣ ਕੱਲ ਦੀ ਕਲਾਸ, ਠੀਕ ਹੈ ਕੱਲ ਬਿਜ਼ਨਸ ਦੀ ਕਲਾਸ ਤਾਂ ਹੈ ਨਹੀਂ ਰਾਜੇ। ਕੱਲ ਤੁਹਾਡੀ 10:40 ਤੇ ਅਕਾਊਂਟ ਦੀ ਕਲਾਸ ਲੱਗੇਗੀ, ਠੀਕ ਹੈ। 1:30 ਵਜੇ ਇਕਨੋਮਿਕਸ ਦੀ ਲੱਗੇਗੀ। ਡੇਲੀ ਤੁਹਾਡੀਆਂ 2 ਜਾਂ 3 ਕਲਾਸਿਸ ਹੀ ਹੁੰਦੀਆਂ ਨੇ, ਸੋ ਅਟੈਂਡ ਕਰਿਆ ਕਰੋ ਜ਼ਰੂਰ, ਠੀਕ ਹੈ। ਓਕੇ ਬੱਚੇ, ਥੈਂਕ ਯੂ ਫॉर ਅਟੈਂਡਿੰਗ ਦ ਕਲਾਸ, ਸੀ ਯੂ ਇਨ ਨੈਕਸਟ ਕਲਾਸ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਰੁਪਿੰਦਰ ਬੇਟਾ, ਕਲਾਸ ਅਟੈਂਡ ਕਰਿਆ ਕਰੋ ਰਾਜੇ ਰੋਜ਼। ਤੁਸੀਂ ਵੀ ਦੇਖੋ ਆਪਣਾ ਤਾਂ ਸਿਲੇਬਸ ਅੱਗੇ ਚੱਲ ਰਿਹਾ, ਆਪਾਂ ਕਿਹੜਾ ਫ੍ਰੀ ਆ ਵੀ ਹਾਂ ਕੋਈ ਨਹੀਂ ਘਰ ਬੈਠ ਕੇ ਹੀ ਰਿਵੀਜ਼ਨ ਕਰ ਲਾਂਗੇ, ਠੀਕ ਹੈ। ਅਟੈਂਡ ਕਰਨੀ ਕਲਾਸ, ਤੇ ਇੱਕ ਗਰੁੱਪ 'ਚ ਤੁਹਾਨੂੰ ਪਿਕਸ ਆਉਣਗੀਆਂ, ਉਹਨਾਂ ਦਾ ਸਟੇਟਸ ਪਾਉਣਾ ਹੈ ਤਾਂ ਕਿ ਸਕੂਲ ਓਪਨ ਹੋ ਜਾਣ, ਸਕੂਲਾਂ ਦੇ ਬਾਰੇ 'ਚ, ਠੀਕ ਹੈ। ਓਕੇ ਬੇਟਾ। ਓਕੇ। ਹਾਂਜੀ ਹਾਂ ਠੀਕ ਹੈ ਬੇਟਾ, ਓਕੇ।